ਸਵਾਗਤ ਹੈ ਜੀ ਇੱਕ ਨਵੀਂ ਕਹਾਣੀ ਵਿੱਚ। ਮੇਰਾ ਨਾਮ ਵਿਨੋਦ ਹੈ। ਮੇਰੀ ਪਤਨੀ ਸਿਰਫ 8ਵੀਂ ਪਾਸ ਸੀ। ਫਿਰ ਵੀ ਉਹ ਜਿਨ੍ਹਾਂ ਔਰਤਾਂ ਦੇ ਬੱਚਾ ਨਹੀਂ ਹੁੰਦਾ ਸੀ ਉਹਨਾਂ ਔਰਤਾਂ ਦਾ ਇਲਾਜ ਕਰਦੀ ਸੀ। ਇਸ ਲਈ ਉਸਨੇ ਘਰ ਦੀ ਛੱਤ 'ਤੇ ਇੱਕ ਕਲੀਨਿਕ ਖੋਲ੍ਹਿਆ ਹੋਇਆ ਸੀ। ਜਿਸ ਵੀ ਬਾਂਝ ਔਰਤ ਦਾ ਇਲਾਜ ਕਰਦੀ ਉਹ ਔਰਤ ਗਰਭਵਤੀ ਹੋ ਜਾਂਦੀ। ਮੈਂ ਹੇਠਾਂ ਕਾਊਂਟਰ 'ਤੇ ਕੰਮ ਕਰਦਾ ਸੀ। ਉਸਨੇ ਮੈਨੂੰ ਸਾਫ਼-ਸਾਫ਼ ਮਨ੍ਹਾ ਕੀਤਾ ਸੀ ਉੱਪਰ ਆਉਣ ਤੋਂ, ਕਿਉਂਕਿ ਉੱਪਰ ਔਰਤਾਂ ਦਾ ਇਲਾਜ ਕੀਤਾ ਜਾਂਦਾ ਸੀ ਤੇ ਉਸ ਦੀ ਇਹ ਗੱਲ ਨਾਲ ਮੈਂ ਸਹਿਮਤ ਹੋ ਗਿਆ ਸੀ, ਕਿਉਂਕਿ ਇਸ ਨਾਲ ਸਾਨੂੰ ਬਹੁਤ ਪੈਸਾ ਮਿਲਦਾ ਸੀ। ਪਰ ਮੈਂ ਹੈਰਾਨ ਇਸ ਲਈ ਸੀ ਕਿ ਛੱਤ 'ਤੇ ਸਿਰਫ ਉਹ ਔਰਤਾਂ ਹੀ ਜਾ ਸਕਦੀਆਂ ਸਨ ਜਿਨ੍ਹਾਂ ਨੇ ਬੁਰਕਾ ਪਾਇਆ ਹੁੰਦਾ ਸੀ। ਮੈਨੂੰ ਮੇਰੀ ਪਤਨੀ 'ਤੇ ਸ਼ੱਕ ਹੋਣ ਲੱਗਾ ਤੇ ਇੱਕ ਦਿਨ ਮੈਂ ਬੁਰਕਾ ਪਾ ਕੇ ਛੱਤ ਉੱਤੇ ਚੜ੍ਹ ਗਿਆ। ਆਪਣੀ ਪਤਨੀ ਦੀ ਸੱਚਾਈ ਜਾਣ ਕੇ ਮੇਰੇ ਹੋਸ਼ ਉੱਡ ਗਏ। ਮੇਰੇ ਕੋਲ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕੋਈ ਕੰਮ ਨਹੀਂ ਸੀ। ਮੇਰੀ ਪਤਨੀ 8ਵੀਂ ਪਾਸ ਨੇ ਇੱਕ ਕਲੀਨਿਕ ਖੋਲ੍ਹ ਲਿਆ। ਪਹਿਲਾਂ ਤਾਂ ਇੱਕ ਸਾਲ ਵਿੱਚ 2 ਹੀ ਔਰਤਾਂ ਇਲਾਜ ਕਰਵਾਉਣ ਲਈ ਆਈਆਂ, ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਉਹ ਦੋਵੇਂ ਔਰਤਾਂ ਗਰਭਵਤੀ ਹੋ ਗਈਆਂ। ਫਿਰ ਕਲੀਨਿਕ ਵਿੱਚ ਹੌਲੀ-ਹੌਲੀ ਔਰਤਾਂ ਦੀ ਗਿਣਤੀ ਵਧਣ ਲੱਗੀ। ਮੇਰੀ ਪਤਨੀ ਉੱਪਰ ਉਹਨਾਂ ਔਰਤਾਂ ਦਾ ਇਲਾਜ ਕਰਦੀ ਸੀ ਤੇ ਮੈਂ ਹੇਠਾਂ ਕਾਊਂਟਰ ਸੰਭਾਲਦਾ ਸੀ। ਇੱਕ ਦਿਨ ਇੱਕ ਪਤੀ ਪਤਨੀ ਸਵੇਰੇ-ਸਵੇਰੇ ਕਲੀਨਿਕ ਆਏ। ਮੈਂ ਔਰਤ ਨੂੰ ਉੱਪਰ ਜਾਣ ਲਈ ਕਿਹਾ ਤੇ ਉਸਦੇ ਪਤੀ ਨੂੰ ਹੇਠਾਂ ਬੈਠਣ ਲਈ ਕਿਹਾ। ਅੱਧੇ ਘੰਟੇ ਤੋਂ ਉੱਪਰ ਹੋ ਗਿਆ ਸੀ ਤਾਂ ਉਹ ਵਿਅਕਤੀ ਉੱਪਰ ਜਾਣ ਦੀ ਜਿੱਦ ਕਰਨ ਲੱਗਾ। ਮੈਂ ਕਿਹਾ, ਤੁਸੀਂ ਉੱਪਰ ਨਹੀਂ ਜਾ ਸਕਦੇ, ਉੱਪਰ ਹੋਰ ਵੀ ਔਰਤਾਂ ਹਨ। ਮੇਰੀ ਪਤਨੀ ਮੈਨੂੰ ਉੱਪਰ ਹੀ ਨਹੀਂ ਜਾਣ ਦਿੰਦੀ। ਇਹ ਸੁਣ ਕੇ ਉਹ ਚੁੱਪ ਹੋ ਗਿਆ। ਥੋੜ੍ਹੀ ਦੇਰ ਬਾਅਦ 2 ਔਰਤਾਂ ਬੁਰਕਾ ਪਾਇਆ ਹੋਇਆ ਉੱਪਰ ਛੱਤ 'ਤੇ ਚੜ੍ਹ ਗਈਆਂ। ਲਗਭਗ 2 ਘੰਟੇ ਬਾਅਦ ਉਸ ਵਿਅਕਤੀ ਦੀ ਔਰਤ ਹੇਠਾਂ ਆਈ। ਮੈਂ ਧਿਆਨ ਨਾਲ ਵੇਖਿਆ ਤੇ ਉਸਦੇ ਹੱਥਾਂ ਵਿੱਚ ਕੋਈ ਦਵਾਈ ਨਹੀਂ ਸੀ, ਪਰ ਉਸਦੇ ਚਿਹਰੇ 'ਤੇ ਖੁਸ਼ੀ ਜ਼ਰੂਰ ਸੀ। ਪਤੀ ਪਤਨੀ ਦੋਵੇਂ ਉੱਥੋਂ ਚਲੇ ਗਏ। ਥੋੜ੍ਹੀ ਦੇਰ ਬਾਅਦ ਉਹ ਦੋਵੇਂ ਔਰਤਾਂ ਵੀ ਹੇਠਾਂ ਆ ਗਈਆਂ ਤੇ ਚਲੀਆਂ ਗਈਆਂ ਤੇ ਉਹਨਾਂ ਦੇ ਪਿੱਛੇ-ਪਿੱਛੇ ਮੇਰੀ ਪਤਨੀ ਆਰਤੀ ਵੀ ਹੇਠਾਂ ਆ ਗਈ। ਉਸਨੇ ਆਪਣੇ ਚਿਹਰੇ ਤੋਂ ਮਾਸਕ ਉਤਾਰ ਲਿਆ ਤੇ ਹੱਥ ਦੇ ਦਸਤਾਨੇ ਕੂੜੇਦਾਨ ਵਿੱਚ ਪਾ ਦਿੱਤੇ। ਮੈਂ ਉਸਨੂੰ ਵੇਖਿਆ ਤਾਂ ਉਹ ਹਲਕਾ ਜਿਹਾ ਮੁਸਕਰਾਈ। ਫਿਰ ਮੈਂ ਪੁੱਛਿਆ, ਆਰਤੀ ਤੁਸੀਂ ਸਿਰਫ 8ਵੀਂ ਪਾਸ ਹੋ, ਫਿਰ ਕਿਵੇਂ ਇਹਨਾਂ ਔਰਤਾਂ ਦਾ ਇਲਾਜ ਕਰਦੀ ਹੈ? ਉਸਨੇ ਕਿਹਾ ਕਿ ਮੇਰੇ ਲਈ ਇੰਨਾ ਹੀ ਬਹੁਤ ਹੈ ਕਿ ਮੈਂ ਅਜਿਹੀਆਂ ਔਰਤਾਂ ਦਾ ਘਰ ਟੁੱਟਣ ਤੋਂ ਬਚਾਇਆ ਹੈ। ਇਹ ਸੁਣ ਕੇ ਮੈਂ ਸ਼ਾਂਤ ਹੋ ਗਿਆ। ਪਤਾ ਨਹੀਂ ਉਹ ਮੇਰੇ ਤੋਂ ਕੀ ਲੁਕਾ ਰਹੀ ਸੀ, ਪਰ ਆਖਰਕਾਰ ਮੈਂ ਉਸਦਾ ਪਤੀ ਹਾਂ। ਘੱਟੋ-ਘੱਟ ਉਸਨੂੰ ਮੈਨੂੰ ਤਾਂ ਦੱਸਣਾ ਚਾਹੀਦਾ ਹੈ। ਸ਼ੁਰੂ ਵਿੱਚ ਮੈਂ ਉਸਦੇ ਕੰਮ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ, ਪਰ ਹੌਲੀ-ਹੌਲੀ ਉਸਦਾ ਨਾਂ ਹਰ ਥਾਂ ਹੋ ਗਿਆ। ਸ਼ੁਰੂ ਵਿੱਚ ਉਹ ਸਿਰਫ 1 ਜਾਂ 2 ਔਰਤਾਂ ਦਾ ਇਲਾਜ ਕਰਦੀ ਸੀ, ਪਰ ਹੁਣ ਉਹ ਇੱਕ ਦਿਨ ਵਿੱਚ ਲਗਭਗ 15 ਤੋਂ 20 ਔਰਤਾਂ ਦਾ ਇਲਾਜ ਕਰਦੀ ਹੈ। ਇਹ ਸਭ ਇਕੱਲੀ ਨੂੰ ਸੰਭਾਲਣਾ ਬਹੁਤ ਮੁਸ਼ਕਿਲ ਹੋ ਰਿਹਾ ਸੀ। ਇਸ ਲਈ ਹੇਠਾਂ ਕਾਊਂਟਰ 'ਤੇ ਮੈਂ ਉਹਨਾਂ ਦੇ ਖੂਨ ਦਾ ਸੈਂਪਲ ਲੈਣ ਲੱਗਾ। ਉਹਨਾਂ ਦੇ ਇਲਾਜ ਵਿੱਚ ਲਗਭਗ 2-3 ਘੰਟੇ ਲੱਗ ਜਾਂਦੇ ਸਨ। ਮੈਂ ਉਸਨੂੰ ਹਰ ਵਾਰ ਪੁੱਛਦਾ ਕਿ ਤੁਸੀਂ ਕਿਵੇਂ ਇਲਾਜ ਕਰਦੇ ਹੋ ਤੇ ਉਹ ਹਰ ਵਾਰ ਹੱਸ ਕੇ ਸਾਰ ਦਿੰਦੀ। ਮੈਂ ਕਦੇ-ਕਦੇ ਸੋਚਦਾ ਹਾਂ ਕਿ ਜਦੋਂ ਕਲੀਨਿਕ ਵਿੱਚ ਮਰੀਜ਼ ਦਾਖਲ ਹੁੰਦਾ ਉਦੋਂ ਮੈਨੂੰ ਜਾਣ ਦੀ ਇਜਾਜ਼ਤ ਨਹੀਂ ਹੈ, ਪਰ ਮਰੀਜ਼ ਨਾ ਹੋਣ 'ਤੇ ਵੀ ਮੈਨੂੰ ਸਖਤ ਮਨਾਹੀ ਸੀ। ਮੈਂ ਆਪਣੀ ਪਤਨੀ ਨੂੰ ਜ਼ਿਆਦਾ ਨਹੀਂ ਪੁੱਛਦਾ ਸੀ, ਕਿਉਂਕਿ ਮੈਂ ਕਈ ਸਾਲਾਂ ਤੋਂ ਬੇਰੁਜ਼ਗਾਰ ਸੀ ਤੇ ਉਸਦੀ ਕਮਾਈ ਨਾਲ ਘਰ ਨੂੰ ਚਲਾਉਂਦੇ ਸੀ। ਪਹਿਲਾਂ 2 ਵਕਤ ਦੀ ਰੋਟੀ ਮਿਲਣੀ ਔਖੀ ਸੀ ਤੇ ਉੱਤੋਂ 2 ਬੱਚਿਆਂ ਦੀ ਜ਼ਿੰਮੇਵਾਰੀ ਉਹ ਵੱਖਰੀ ਸੀ। ਮੈਂ ਬੇਰੁਜ਼ਗਾਰ ਸੀ ਤਾਂ ਉਹ ਵਾਰ-ਵਾਰ ਮੈਨੂੰ ਤਾਨੇ ਮਾਰਦੀ ਸੀ। ਕਈ ਵਾਰ ਉਹ ਮੇਰੇ ਨਾਲ ਲੜ ਕੇ ਆਪਣੇ ਪੇਕੇ ਘਰ ਚਲੀ ਜਾਂਦੀ ਸੀ। ਫਿਰ ਉਸਨੇ ਆਪ ਹੀ ਕੁਝ ਕਰਨ ਬਾਰੇ ਸੋਚਿਆ ਤਾਂ ਇੱਕ ਦਿਨ ਉਹ ਮੇਰੇ ਕੋਲ ਆਈ ਤੇ ਕਹਿਣ ਲੱਗੀ, ਵਿਨੋਦ, ਮੈਂ ਛੱਤ 'ਤੇ ਕਲੀਨਿਕ ਬਣਾਉਣਾ ਹੈ। ਮੈਂ ਕਿਹਾ, ਤੂੰ ਸਿਰਫ 8ਵੀਂ ਪਾਸ ਹੈ, ਕਲੀਨਿਕ ਕਿਵੇਂ ਖੋਲ੍ਹ ਸਕਦੀ ਹੈ? ਉਸਨੇ ਕਿਹਾ, ਤੁਸੀਂ ਚਿੰਤਾ ਨਾ ਕਰੋ, ਜਿਨ੍ਹਾਂ ਦੇ ਪਤੀ ਬੇਰੁਜ਼ਗਾਰ ਹੁੰਦੇ ਹਨ ਉਹਨਾਂ ਦੀਆਂ ਪਤਨੀਆਂ ਕੋਈ ਨਾ ਕੋਈ ਤਰੀਕਾ ਲੱਭ ਲੈਂਦੀਆਂ ਹਨ। ਅੰਤ ਵਿੱਚ ਮੈਂ ਉਸਨੂੰ ਬਿਨਾਂ ਕੁਝ ਕਹੇ ਬਾਹਰ ਚਲਾ ਆਇਆ
ਆਖਿਰਕਾਰ ਉਸਨੇ ਛੱਤ ਤੇ 2 ਕਮਰਿਆਂ ਦਾ ਕਲੀਨਿਕ ਬਣਾ ਲਿਆ। ਉਸਨੇ ਕਿਹਾ ਕਿ ਜਿਨ੍ਹਾਂ ਔਰਤਾਂ ਦੇ ਬੱਚੇ ਨਹੀਂ ਹੁੰਦੇ ਮੈਂ ਉਹਨਾਂ ਦਾ ਇਲਾਜ ਕਰਾਂਗੀ। ਸ਼ੁਰੂ ਵਿੱਚ ਮੈਂ ਉਸ ਦਾ ਬਹੁਤ ਮਜ਼ਾਕ ਉਡਾਇਆ, ਪਰ ਉਸਦੇ ਇਰਾਦੇ ਪੱਕੇ ਸੀ। ਸਭ ਤੋਂ ਪਹਿਲਾਂ ਮੈਂ ਇਹ ਜਾਣਨ ਵਿੱਚ ਲੱਗਾ ਰਹਿੰਦਾ ਸੀ ਕਿ ਉਹ ਇਹ ਸਭ ਕਿਵੇਂ ਕਰਦੀ ਹੈ, ਪਰ ਬਾਅਦ ਵਿੱਚ ਮੈਂ ਸੋਚਦਾ ਕਿ ਉਹ ਇਹ ਸਭ ਆਪਣੇ ਪਰਿਵਾਰ ਲਈ ਕਰ ਰਹੀ ਹੈ। ਮੇਰੇ ਮਾਤਾ-ਪਿਤਾ ਗੁਜ਼ਰੇ ਨੂੰ ਬਹੁਤ ਸਮਾਂ ਹੋ ਗਿਆ ਸੀ। ਮੇਰੀ ਛੋਟੀ ਭੈਣ ਸੀਮਾ ਦੇ ਵਿਆਹ ਨੂੰ 10 ਸਾਲ ਹੋ ਗਏ ਸਨ, ਪਰ ਅਜੇ ਤੱਕ ਕੋਈ ਬੱਚਾ ਨਹੀਂ ਸੀ ਹੋਇਆ, ਜਿਸ ਕਾਰਨ ਉਸ ਦਾ ਪਤੀ ਉਸ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਤੇ ਦੂਜਾ ਵਿਆਹ ਕਰਵਾਉਣ ਦੀ ਧਮਕੀ ਦਿੰਦਾ ਸੀ। ਮੈਂ ਆਪਣੀ ਭੈਣ ਬਾਰੇ ਆਰਤੀ ਨਾਲ ਗੱਲ ਕੀਤੀ, ਪਰ ਉਸਨੇ ਮੇਰੀ ਗੱਲ ਅਣਸੁਣੀ ਕਰ ਦਿੱਤੀ। ਪਰ ਇਸ ਦੇ ਪਿੱਛੇ ਵੀ ਇੱਕ ਕਾਰਨ ਸੀ। ਸੀਮਾ ਦਾ ਆਪਣੀ ਭਾਬੀ ਨਾਲ ਰਿਸ਼ਤਾ ਜ਼ਿਆਦਾ ਵਧੀਆ ਨਹੀਂ ਸੀ। ਸੀਮਾ ਨੇ ਨਨਾਣ ਹੋਣ ਦੇ ਨਾਂ ਤੇ ਆਰਤੀ ਨੂੰ ਬਹੁਤ ਪਰੇਸ਼ਾਨ ਕੀਤਾ ਸੀ। ਮੈਂ ਵੀ ਕਈ ਵਾਰ ਆਪਣੀ ਭੈਣ ਦੀਆਂ ਗੱਲਾਂ ਵਿੱਚ ਆ ਜਾਂਦਾ ਸੀ ਤੇ ਆਰਤੀ ਨਾਲ ਕੁੱਟਮਾਰ ਕਰਦਾ ਸੀ। ਆਰਤੀ ਇਹ ਗੱਲਾਂ ਭੁੱਲੀ ਨਹੀਂ ਸੀ ਤੇ ਸ਼ਾਇਦ ਇਸੇ ਕਰਕੇ ਉਹ ਸੀਮਾ ਦਾ ਇਲਾਜ ਕਰਨ ਲਈ ਬਿਲਕੁਲ ਤਿਆਰ ਨਹੀਂ ਸੀ। ਆਰਤੀ ਦਾ ਕਲੀਨਿਕ ਬਹੁਤ ਵਧੀਆ ਚੱਲ ਰਿਹਾ ਸੀ। ਸਾਡੇ ਕੋਲ ਹੁਣ ਬਹੁਤ ਪੈਸਾ ਸੀ, ਪਰ ਕਈ ਵਾਰ ਮੈਂ ਸਾਰੀ ਰਾਤ ਇਸੇ ਬਾਰੇ ਸੋਚਦਾ ਰਹਿੰਦਾ ਕਿ ਆਖਿਰ ਆਰਤੀ ਕਿਵੇਂ ਇਲਾਜ ਕਰਦੀ ਹੈ। ਇੱਕ ਦਿਨ ਇੱਕ ਬਜ਼ੁਰਗ ਜੋੜਾ ਆਇਆ। ਮੈਂ ਉਸ ਨੂੰ ਹੇਠਾਂ ਸੋਫੇ ਤੇ ਬੈਠਣ ਲਈ ਕਿਹਾ ਤੇ ਉਸ ਦੀ ਪਤਨੀ ਨੂੰ ਉੱਪਰ ਭੇਜ ਦਿੱਤਾ। ਥੋੜੀ ਦੇਰ ਬਾਅਦ ਉਹੀ 2 ਔਰਤਾਂ ਬੁਰਕੇ ਵਾਲੀਆਂ ਆਈਆਂ ਤੇ ਮੈਂ ਉਹਨਾਂ ਨੂੰ ਉੱਪਰ ਜਾਣ ਲਈ ਕਿਹਾ। ਪਤਾ ਨਹੀਂ ਇਹਨਾਂ 2 ਔਰਤਾਂ ਨੂੰ ਕੀ ਪਰੇਸ਼ਾਨੀ ਸੀ ਜੋ ਆਰਤੀ ਕੋਲੋਂ ਠੀਕ ਨਹੀਂ ਹੁੰਦੀ ਸੀ, ਕਿਉਂਕਿ ਉਹ ਦੋਵੇਂ ਰੋਜ਼ ਕਲੀਨਿਕ ਵਿੱਚ ਆਉਂਦੀਆਂ ਸੀ। 4 ਘੰਟੇ ਬਾਅਦ ਉਹ ਹੇਠਾਂ ਆਈਆਂ। ਉਹ ਦੋਵੇਂ ਔਰਤਾਂ ਉੱਥੋਂ ਜਲਦੀ ਜਾਣਾ ਚਾਹੁੰਦੀਆਂ ਸੀ। ਜਦੋਂ ਮੇਰੀ ਨਜ਼ਰ ਦੋਹਾਂ ਵਿੱਚੋਂ ਇੱਕ ਦੇ ਪੈਰਾਂ ਤੇ ਪਈ ਤਾਂ ਮੈਨੂੰ ਥੋੜਾ ਸ਼ੱਕ ਹੋਇਆ, ਕਿਉਂਕਿ ਇੱਕ ਨੇ ਬੰਦਿਆਂ ਵਾਲੀ ਚੱਪਲ ਪਾਈ ਹੋਈ ਸੀ। ਮੈਂ ਕਿਹਾ, ਤੁਸੀਂ ਦੋਵੇਂ ਕਈ ਦਿਨਾਂ ਤੋਂ ਲਗਾਤਾਰ ਇੱਥੇ ਆਉਂਦੀਆਂ ਹੋ, ਤੁਹਾਡੀ ਪਰੇਸ਼ਾਨੀ ਠੀਕ ਹੋਈ ਕਿ ਨਹੀਂ? ਫਿਰ ਇੱਕ ਔਰਤ ਬੋਲੀ, ਅਸੀਂ ਇੱਥੇ ਔਰਤਾਂ ਦਾ ਇਲਾਜ ਕਰਨ ਆਉਂਦੀਆਂ ਹਾਂ। ਹੁਣ ਮੇਰੀ ਸਮਝ ਆਇਆ ਕਿ ਔਰਤਾਂ ਦਾ ਇਲਾਜ ਇਹ ਦੋਵੇਂ ਕਰਦੀਆਂ ਸੀ ਤੇ ਨਾਮ ਆਰਤੀ ਦਾ ਹੁੰਦਾ ਸੀ। ਪਰ ਮੈਂ ਸੋਚਿਆ ਮੈਨੂੰ ਕੀ ਫਰਕ ਪੈਂਦਾ ਹੈ। ਥੋੜੀ ਦੇਰ ਬਾਅਦ ਮੇਰੀ ਭੈਣ ਸੀਮਾ ਨੇ ਫੋਨ ਕੀਤਾ ਤੇ ਰੋਂਦੀ ਹੋਈ ਕਹਿਣ ਲੱਗੀ, ਵੀਰੇ ਕਿਵੇਂ ਨਾ ਕਿਵੇਂ ਭਾਬੀ ਨੂੰ ਮਨਾਓ ਮੇਰਾ ਇਲਾਜ ਕਰਨ ਲਈ, ਨਹੀਂ ਤਾਂ ਮੇਰਾ ਪਤੀ ਮੈਨੂੰ ਤਲਾਕ ਦੇ ਦੇਵੇਗਾ। ਮੈਂ ਉਸ ਨੂੰ ਕਿਹਾ, ਮੈਂ ਤੇਰੀ ਭਾਬੀ ਨਾਲ ਗੱਲ ਕਰਾਂਗਾ, ਤੂੰ ਚਿੰਤਾ ਨਾ ਕਰ। ਤੇ ਸਾਰੀਆਂ ਔਰਤਾਂ ਦੇ ਜਾਣ ਤੋਂ ਬਾਅਦ ਮੈਂ ਛੱਤ ਉੱਤੇ ਚੜ੍ਹ ਗਿਆ। ਜਿਵੇਂ ਹੀ ਮੈਂ ਕਲੀਨਿਕ ਦਾ ਦਰਵਾਜ਼ਾ ਖੋਲ੍ਹ ਕੇ ਅੰਦਰ ਗਿਆ ਤਾਂ ਆਰਤੀ ਉੱਚੀ ਉੱਚੀ ਰੌਲਾ ਪਾਉਣ ਲੱਗੀ ਤੇ ਮੈਨੂੰ ਬਾਹਰ ਧੱਕਾ ਦੇ ਦਿੱਤਾ। ਮੈਨੂੰ ਬਹੁਤ ਗੁੱਸਾ ਆਇਆ, ਪਰ ਫਿਰ ਵੀ ਮੈਂ ਚੁੱਪ ਰਿਹਾ। ਮੈਂ ਆਰਤੀ ਨਾਲ ਆਪਣੀ ਭੈਣ ਬਾਰੇ ਗੱਲ ਕੀਤੀ ਤਾਂ ਉਸਨੇ ਕਿਹਾ, ਮੈਂ ਤੁਹਾਡੀ ਭੈਣ ਦਾ ਇਲਾਜ ਨਹੀਂ ਕਰ ਸਕਦੀ। ਉਸ ਨੂੰ ਕਹੋ ਕਿਸੇ ਵਧੀਆ ਜਿਹੇ ਹਸਪਤਾਲ ਆਪਣਾ ਇਲਾਜ ਕਰਵਾ ਲਵੇ। ਪਰ ਤੂੰ ਉਸ ਦਾ ਇਲਾਜ ਕਿਉਂ ਨਹੀਂ ਕਰਦੀ? ਤਾਂ ਉਹ ਹੱਸ ਕੇ ਚਲੀ ਗਈ। ਫਿਰ ਇਸ ਤੋਂ ਬਾਅਦ ਮੈਂ ਕਈ ਦਿਨ ਉਸ ਦੇ ਨਾਲ ਗੱਲ ਨਹੀਂ ਕੀਤੀ, ਪਰ ਉਸ ਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ। ਆਖਿਰਕਾਰ ਉਹ ਪੈਸਾ ਜੋ ਕਮਾਉਣ ਲੱਗੀ ਸੀ, ਉਸ ਨੂੰ ਮੇਰੀ ਨਾਰਾਜ਼ਗੀ ਨਾਲ ਕੋਈ ਫਰਕ ਨਾ ਪੈਂਦਾ ਸੀ। ਕੁਝ ਦਿਨਾਂ ਬਾਅਦ ਸੀਮਾ ਰੋਂਦੀ ਹੋਈ ਘਰ ਆਈ ਤੇ ਕਹਿਣ ਲੱਗੀ ਕਿ ਵੀਰੇ ਜੋ ਮਰਜ਼ੀ ਕਰੋ, ਭਾਬੀ ਨੂੰ ਮੇਰਾ ਇਲਾਜ ਕਰਨ ਲਈ ਕਹੋ। ਅੱਜ ਮੇਰੇ ਪਤੀ ਨੇ ਬਾਂਝ ਕਹਿ ਕੇ ਘਰੋਂ ਕੱਢ ਦਿੱਤਾ। ਬਹੁਤ ਜਲਦੀ ਹੀ ਮੈਨੂੰ ਉਹ ਤਲਾਕ ਦੇ ਦੇਵੇਗਾ। ਇਹ ਸਾਰਾ ਕੁਝ ਆਰਤੀ ਸੁਣ ਰਹੀ ਸੀ, ਪਰ ਉਸ ਤੇ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਮੈਂ ਆਰਤੀ ਦੇ ਅੱਗੇ ਹੱਥ ਜੋੜ ਕੇ ਕਿਹਾ, ਸੀਮਾ ਨੇ ਵਿਆਹ ਤੋਂ ਪਹਿਲਾਂ ਤੇਰੇ ਨਾਲ ਜੋ ਵੀ ਵਿਵਹਾਰ ਕੀਤਾ, ਮੈਂ ਉਸ ਲਈ ਤੁਹਾਡੇ ਤੋਂ ਮਾਫੀ ਮੰਗਦਾ ਹਾਂ, ਪਰ ਇਸ ਦਾ ਇਲਾਜ ਕਰ ਦਿਓ, ਨਹੀਂ ਤਾਂ ਇਸ ਦਾ ਪਤੀ ਇਸ ਨੂੰ ਤਲਾਕ ਦੇ ਦੇਵੇਗਾ। ਹਾਂ, ਕੋਈ ਸਮੱਸਿਆ ਨਹੀਂ, ਅਸੀਂ ਸੀਮਾ ਦਾ ਦੂਜਾ ਵਿਆਹ ਕਰਵਾ ਲਵਾਂਗੇ, ਪਰ ਮੈਂ ਇਸ ਦਾ ਇਲਾਜ ਨਹੀਂ ਕਰ ਸਕਦੀ।
ਮੈਂ ਹੈਰਾਨੀ ਨਾਲ ਉਸ ਵੱਲ ਵੇਖੀ ਜਾ ਰਿਹਾ ਸੀ। ਤੁਸੀਂ ਇਸ ਦਾ ਇਲਾਜ ਕਿਉਂ ਨਹੀਂ ਕਰ ਸਕਦੇ ਹੋ? ਮੈਂ ਸਹੁੰ ਖਾਧੀ ਹੈ ਕਿ ਮੈਂ ਆਪਣੇ ਘਰ ਦੀਆਂ ਔਰਤਾਂ ਦਾ ਇਲਾਜ ਨਹੀਂ ਕਰ ਸਕਦੀ ਹਾਂ ਤੇ ਉਹ ਉੱਪਰ ਕਲੀਨਿਕ ਵਿੱਚ ਚਲੀ ਗਈ। ਕੁਝ ਦਿਨ ਬਾਅਦ ਸੀਮਾ ਦਾ ਤਲਾਕ ਹੋ ਗਿਆ। ਮੈਨੂੰ ਆਰਤੀ ਤੇ ਬਹੁਤ ਗੁੱਸਾ ਆਉਂਦਾ ਹੈ ਤੇ ਮੈਂ ਜਾਣਨਾ ਚਾਹੁੰਦਾ ਸੀ ਉਸਨੇ ਸੀਮਾ ਦਾ ਇਲਾਜ ਕਿਉਂ ਨਹੀਂ ਕੀਤਾ। ਹੁਣ ਸੀਮਾ ਆਰਤੀ ਨਾਲ ਹੋਰ ਵੀ ਨਾਰਾਜ਼ ਰਹਿਣ ਲੱਗੀ ਸੀ। ਮੈਨੂੰ ਕਹਿੰਦੀ, ਵੀਰੇ ਭਾਬੀ ਨੇ ਮੇਰਾ ਇਲਾਜ ਕਿਉਂ ਨਹੀਂ ਕੀਤਾ ਤੇ ਹੁਣ ਸੀਮਾ ਆਰਤੀ ਤੇ ਨਜ਼ਰ ਰੱਖਣ ਲੱਗੀ। ਮੈਂ ਕਿਹਾ, ਇਹ ਮੇਰੀ ਸਮਝ ਵੀ ਨਹੀਂ ਪੈ ਰਿਹਾ ਤੇ ਮੈਨੂੰ ਕੋਈ ਰਾਹ ਨਹੀਂ ਦਿਸਦਾ। ਨਹੀਂ ਵੀਰ, ਕੋਈ ਗੱਲ ਤਾਂ ਹੈ, ਉਸਨੇ ਮੇਰਾ ਇਲਾਜ ਨਹੀਂ ਕੀਤਾ। ਮਤਲਬ ਦਾਲ ਵਿੱਚ ਕੁਝ ਕਾਲਾ ਹੈ। ਉਹ ਲੋਕਾਂ ਦਾ ਇਲਾਜ ਨਹੀਂ ਕਰ ਰਹੀ, ਤੁਹਾਡੇ ਨਾਲ ਧੋਖਾ ਕਰ ਰਹੀ ਹੈ। ਪਰ ਤੁਹਾਡੀਆਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਤੁਸੀਂ ਕੱਲ ਉਹ ਬੁਰਕਾ ਪਹਿਨੀ ਔਰਤ ਨੂੰ ਵੇਖਿਆ? ਉਹ ਔਰਤ ਨਹੀਂ, ਮਰਦ ਹੈ। ਜਦੋਂ ਵੀ ਕੋਈ ਔਰਤ ਇਲਾਜ ਲਈ ਆਉਂਦੀ ਹੈ ਤਾਂ ਤੁਸੀਂ ਕਾਊਂਟਰ ਤੇ ਉਸਦੇ ਖੂਨ ਦਾ ਸੈਂਪਲ ਲੈਂਦੇ ਹੋ। ਉਦੋਂ ਹੀ ਉਹ ਦੋ ਔਰਤਾਂ ਆਉਂਦੀਆਂ ਹਨ। ਉਹ ਦੋਵੇਂ ਆਦਮੀ ਹਨ। ਯਕੀਨਨ ਤੁਹਾਡੀ ਪਤਨੀ ਕੋਈ ਵੱਡੀ ਖੇਡ ਖੇਡ ਰਹੀ ਹੈ। ਸੀਮਾ ਨੇ ਜੋ ਕੁਝ ਦੱਸਿਆ, ਉਸਦੀ ਗੱਲ ਸੁਣ ਕੇ ਮੇਰੇ ਮਨ ਵਿੱਚ ਵੀ ਸ਼ੱਕ ਪੈਦਾ ਹੋ ਗਿਆ। ਮੈਂ ਉਸਨੂੰ ਕਿਹਾ ਕਿ ਕੱਲ ਅਸੀਂ ਦੋਵੇਂ ਬੁਰਕਾ ਪਹਿਨ ਕੇ ਕਲੀਨਿਕ ਵਿੱਚ ਜਾਵਾਂਗੇ। ਦੂਜੇ ਦਿਨ ਬੁਰਕਾ ਪਹਿਨੀ ਹੋਈ ਔਰਤ ਆਈ। ਮੈਂ ਉਸਨੂੰ ਉੱਪਰ ਜਾਣ ਲਈ ਕਿਹਾ ਤੇ ਉਸਦੇ ਪਤੀ ਨੂੰ ਹੇਠਾਂ ਬੈਠਣ ਲਈ ਕਿਹਾ ਤੇ ਅਸੀਂ ਦੋਵੇਂ ਬੁਰਕਾ ਪਾ ਕੇ ਉੱਪਰ ਪਹੁੰਚ ਗਏ। ਸਾਰੀਆਂ ਔਰਤਾਂ ਚੁੱਪਚਾਪ ਬੈਠੀਆਂ ਸੀ। ਜਦੋਂ ਅਸੀਂ ਅੰਦਰ ਗਏ ਤਾਂ ਆਰਤੀ ਨੂੰ ਲੱਗਾ ਅਸੀਂ ਉਹੀ ਦੋਵੇਂ ਔਰਤਾਂ ਹਾਂ ਜੋ ਇਲਾਜ ਕਰਨ ਲਈ ਆਈਆਂ ਹਾਂ। ਆਰਤੀ ਨੇ ਕਿਹਾ ਕਿ ਤੁਸੀਂ ਦੋਹਾਂ ਨੇ ਚੰਗਾ ਕੀਤਾ ਜੋ ਜਲਦੀ ਆ ਗਈਆਂ। ਇਹ ਫਾਈਲ ਲਓ ਤੇ ਇਸ ਦਾ ਬਲੱਡ ਗਰੁੱਪ A ਪੋਜ਼ਿਟਿਵ ਹੈ ਤੇ ਇਸ ਨੇ A ਪੋਜ਼ਿਟਿਵ ਗਰੁੱਪ ਦਾ ਬੱਚਾ ਲੈਣਾ ਹੈ। ਇਹ ਗੱਲ ਸੁਣ ਕੇ ਅਸੀਂ ਦੋਵਾਂ ਨੇ ਮੂੰਹ ਤੋਂ ਬੁਰਖਾ ਹਟਾ ਦਿੱਤਾ। ਸਾਨੂੰ ਵੇਖ ਕੇ ਆਰਤੀ ਡਰ ਗਈ। ਮੈਂ ਕਿਹਾ, ਹੁਣ ਤਾਂ ਤੈਨੂੰ ਦੱਸਣਾ ਹੀ ਪਵੇਗਾ ਕਿ ਤੂੰ ਕਿਸ ਤਰ੍ਹਾਂ ਇਲਾਜ ਕਰਦੀ ਹੈ। ਫਿਰ ਆਰਤੀ ਨੇ ਕਿਹਾ, ਤੁਸੀਂ ਬੇਰੁਜ਼ਗਾਰ ਸੀ। ਗਰੀਬੀ ਨੇ ਸਾਡੀ ਕੀ ਹਾਲਤ ਕੀਤੀ ਤੁਸੀਂ ਜਾਣਦੇ ਹੋ। ਉਦੋਂ ਹੀ ਮੇਰੀ ਇੱਕ ਸਹੇਲੀ ਨੇ ਮੈਨੂੰ ਅਜਿਹੀਆਂ ਔਰਤਾਂ ਦਾ ਇਲਾਜ ਕਰਨ ਲਈ ਕਿਹਾ। ਮੇਰੀ ਸਹੇਲੀ ਇੱਕ NGO ਚਲਾਉਂਦੀ ਸੀ ਜਿੱਥੇ ਉਹਨਾਂ ਅਨਾਥ ਬੱਚਿਆਂ ਨੂੰ ਸੰਭਾਲਿਆ ਜਾਂਦਾ ਸੀ ਜਿਨ੍ਹਾਂ ਦੇ ਮਾਂ-ਬਾਪ ਕੂੜੇ ਦੇ ਢੇਰ ਵਿੱਚ ਸੁੱਟ ਦਿੰਦੇ ਹਨ, ਜਾਂ ਕੁਆਰੀਆਂ ਕੁੜੀਆਂ ਵੀ ਆਪਣੇ ਬੱਚੇ NGO ਵਿੱਚ ਦੇ ਜਾਂਦੀਆਂ ਹਨ। ਉਹ ਉਹਨਾਂ ਬੱਚਿਆਂ ਦੀ ਦੇਖਭਾਲ ਕਰਦੀ ਸੀ। ਉਹਨੇ ਮੈਨੂੰ ਦੱਸਿਆ, ਜਦੋਂ ਕਿਸੇ ਔਰਤ ਦੇ ਘਰ ਬੱਚਾ ਨਹੀਂ ਹੁੰਦਾ ਤਾਂ ਉਸਦਾ ਪਤੀ ਦੂਜਾ ਵਿਆਹ ਕਰ ਲੈਂਦਾ ਹੈ ਜਾਂ ਫਿਰ ਬੱਚਾ ਗੋਦ ਲੈਣ ਲਈ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਿੰਨੇ ਹੀ ਲੋਕਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਮੇਰੀ ਸਹੇਲੀ ਨੇ ਆਪਣੇ 2 ਸਾਥੀ ਦਿੱਤੇ ਸੀ। ਜਦੋਂ ਵੀ ਕੋਈ ਔਰਤ ਇਲਾਜ ਕਰਵਾਉਣ ਆਉਂਦੀ ਤਾਂ ਮੈਂ ਉਸਨੂੰ ਸਾਫ਼-ਸਾਫ਼ ਦੱਸ ਦਿੰਦੀ ਕਿ ਇੱਥੇ ਕੋਈ ਇਲਾਜ ਨਹੀਂ ਕੀਤਾ ਜਾਂਦਾ। ਮੈਂ ਕੋਈ ਇਲਾਜ ਨਹੀਂ ਕਰਦੀ ਹਾਂ, ਪਰ ਤੁਹਾਨੂੰ ਬੱਚਾ ਜ਼ਰੂਰ ਮਿਲੇਗਾ। ਮੈਂ ਉਸ ਔਰਤ ਦਾ ਤੇ ਉਸਦੇ ਪਤੀ ਦਾ ਬਲੱਡ ਗਰੁੱਪ ਲੈ ਕੇ 9 ਮਹੀਨਿਆਂ ਬਾਅਦ ਉਸੇ ਬਲੱਡ ਗਰੁੱਪ ਦਾ ਬੱਚਾ ਉਹਨਾਂ ਨੂੰ ਦੇ ਦਿੰਦੀ ਸੀ। ਮੈਂ ਸੀਮਾ ਦਾ ਇਲਾਜ ਇਸ ਲਈ ਨਹੀਂ ਕਰਦੀ ਸੀ ਕਿਤੇ ਉਸ ਨੂੰ ਪਤਾ ਨਾ ਲੱਗ ਜਾਵੇ। ਸੀਮਾ ਕਹਿੰਦੀ, ਜੇ ਤੁਸੀਂ ਮੇਰਾ ਇਲਾਜ ਕੀਤਾ ਹੁੰਦਾ ਤਾਂ ਸ਼ਾਇਦ ਮੈਂ ਇੱਥੇ ਨਾ ਹੁੰਦੀ। ਖੈਰ, ਹੁਣ ਮੈਂ ਵੀ ਤੁਹਾਡਾ ਇਸ ਕੰਮ ਵਿੱਚ ਸਾਥ ਦੇਵਾਂਗੀ ਕਿਉਂਕਿ ਇਹ ਕੰਮ ਸਮਾਜ ਲਈ ਬਹੁਤ ਵਧੀਆ ਹੈ। ਇਸ ਤਰ੍ਹਾਂ ਜੋ ਬੱਚੇ ਅਨਾਥ ਹੋ ਗਏ ਉਹਨਾਂ ਨੂੰ ਮਾਤਾ-ਪਿਤਾ ਮਿਲ ਜਾਂਦੇ ਹਨ ਤੇ ਜਿਨ੍ਹਾਂ ਦੇ ਬੱਚੇ ਨਹੀਂ ਹਨ ਉਹਨਾਂ ਨੂੰ ਬੱਚੇ ਮਿਲ ਜਾਂਦੇ ਹਨ। ਨਹੀਂ ਤਾਂ ਕਿੰਨੀਆਂ ਔਰਤਾਂ ਦੇ ਘਰ ਤਬਾਹ ਹੋ ਜਾਂਦੇ ਹਨ। ਸੀਮਾ ਤੇ ਆਰਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਮੈਨੂੰ ਆਪਣੀ ਪਤਨੀ ਦੀ ਸੱਚਾਈ ਜਾਣ ਕੇ ਬਹੁਤ ਮਾਣ ਮਹਿਸੂਸ ਹੋਇਆ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ। ਹੋਰ ਕਹਾਣੀਆਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ।